ਸੋ ਸਾਰੇ ਵਿਊਅਰਸ ਦਾ ਅੱਜ ਵੀ ਸਾਡੇ ਚੈਨਲ ਜੀ ਫॉर ਗ੍ਰੈਟੀਟਿਊਡ ਤੇ ਬਹੁਤ ਸਵਾਗਤ ਹੈ। ਅੱਜ ਅਸੀਂ ਇੱਕ ਨਵੀਂ ਮੋਟੀਵੇਸ਼ਨਲ ਸਟੋਰੀ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ। ਜਿਵੇਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਅੱਜ ਦੀ ਸਟੋਰੀ ਵਿੱਚ ਦੱਸਾਂਗੇ ਕਿ ਪਾਠ ਕਰਨ ਦਾ, ਬਾਣੀ ਪੜ੍ਹਨ ਦਾ, ਮੰਤਰਾਂ ਨੂੰ ਸਮਝਣ ਦਾ, ਅਰਥ ਜਾਣਨ ਦਾ ਕੀ ਲਾਭ ਹੈ ਤੇ ਉਹ ਲਾਭ ਕਿਵੇਂ ਮਿਲੇਗਾ। ਸੋ ਇਸ ਤੋਂ ਪਹਿਲਾਂ ਅਸੀਂ ਸ਼ੁਰੂ ਕਰੀਏ। मैं दस दवां ਜਿਹੜੇ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਜਾਂ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਤੁਸੀਂ ਇਸ ਨੂੰ ਸਬਸਕ੍ਰਾਈਬ ਔਰ ਬੈਲ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਹੋਰ ਜੇ ਪੁਰਾਣੀ ਵੀਡੀਓਜ਼ ਤੁਸੀਂ ਮੋਟੀਵੇਸ਼ਨ ਦੀ ਦੇਖਣੀ ਹੈ ਜਾਂ ਸਾਡੀ ਹੋਰ ਵੀਡੀਓਜ਼ ਤਬਲਾ, ਪੰਜਾਬੀ ਜਾਂ ਹਾਰਮੋਨੀਅਮ ਦੀ ਦੇਖਣੀ ਹੈ ਤਾਂ ਤੁਸੀਂ ਇਸੇ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਲਿੰਕਸ ਦਿੱਤੇ ਹੋਏ ਨੇ, ਤੁਸੀਂ ਉਹ ਲਿੰਕਸ ਵਿੱਚ ਜਾ ਕੇ ਦੇਖ ਸਕਦੇ ਹੋ। ਸੋ ਅੱਜ ਅਸੀਂ ਡਿਸਕਸ ਕਰਨਾ ਹੈ। ਅੱਜ ਦੀ ਸਟੋਰੀ ਵਿੱਚ ਅਸੀਂ ਇਹ ਦੱਸਾਂਗੇ ਕਿ ਜੇ ਅਰਥਾਂ ਨਾਲ ਬਾਣੀ ਪੜਾਂਗੇ ਤੇ ਲਾਭ ਕਿਵੇਂ ਹੋਏਗਾ। ਦੇਖੋ, ਕੋਈ ਵੀ ਕੰਮ ਮਿਹਨਤ ਮੰਗਦਾ ਹੈ। ਗੁਰਦੇਵ ਵੀ ਕਹਿੰਦੇ ਨੇ ਉਦਮ ਕਰਿੰਦਿਆਂ ਜੀਓ ਤੇ ਕਿ ਇੱਕ ਸਿੱਖ ਨੂੰ ਉਦਮੀ ਹੋਣਾ ਚਾਹੀਦਾ ਹੈ, ਆਲਸੀ ਨਹੀਂ। ਜੇ ਅਸੀਂ ਮਿਹਨਤ ਕਰਾਂਗੇ ਤੇ ਸਾਨੂੰ ਜ਼ਰੂਰ ਫਲ ਮਿਲੇਗਾ। ਔਰ ਜਿਵੇਂ ਅਸੀਂ ਅੰਗਰੇਜ਼ੀ ਦਾ ਫਰੇਜ਼ ਵੀ ਸੁਣਦੇ ਹਾਂ, ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ। ਹੁਣ ਬਾਣੀ ਦੇ ਅਰਥ ਜਾਣਨ ਲਈ ਸਾਡੇ ਕੋਲ ਸਰੋਤ ਤਾਂ ਬੜੇ ਨੇ, ਪਰ ਅਸੀਂ ਸਰੋਤਾਂ ਤੱਕ ਜਾਂਦੇ ਹੀ ਨਹੀਂ। ਭਾਈ ਵੀਰ ਸਿੰਘ ਹੋਰਾਂ ਦਾ ਟੀਕਾ ਹੈ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦਾ ਹੈ, ਸ਼ਬਦਾਰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੇ ਨੇ, ਹੋਰ ਅਨੇਕ ਸਿੰਘਾਂ ਨੇ, ਅਨੇਕ ਸੰਸਥਾਵਾਂ ਨੇ ਸ਼ਬਦਾਰਥ ਛਾਪੇ ਨੇ ਗੁਰਬਾਣੀ ਦੇ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੜੇ ਵਿਸਥਾਰ ਨਾਲ ਸਮਝਾਏ ਗਏ ਹਨ। ਸਾਨੂੰ ਪਤਾ ਵੀ ਸਾਰਾ ਕੁਝ ਹੈ, ਪਰ ਅਸੀਂ ਉਹਨਾਂ ਚੀਜ਼ਾਂ ਤੱਕ ਪਹੁੰਚ ਨਹੀਂ ਕਰਦੇ ਤੇ ਫਿਰ ਕਸੂਰ ਠਹਿਰਾਉਂਦੇ ਹਾਂ। ਬਾਣੀ ਪੜ੍ਹਨ ਵਿੱਚ ਰਸ ਤਾਂ ਆਇਆ ਨਹੀਂ ਤੇ ਅਸੀਂ ਬਾਣੀ ਛੱਡ ਦਿੰਦੇ ਹਾਂ। ਮੈਨੂੰ ਸਿੱਖ ਧਰਮ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਦੀ ਇੱਕ ਗੱਲ ਨਹੀਂ ਭੁੱਲਦੀ। ਉਹ ਇੱਕ ਦਿਨ ਕਥਾ ਕਰਦੇ ਕਹਿੰਦੇ ਸਨ, ਜੇ ਕਦੀ ਨਿਤਨੇਮ ਵਿੱਚ ਰਸ ਨਾ ਆਏ ਨਾ, ਜਾਂ ਸਿਮਰਨ ਪੜ੍ਹਦੇ ਹੋਏ ਕਦੀ ਮਨ ਉਚਾਟ ਹੋਵੇ ਤੇ ਕਦੀ ਨਿਤਨੇਮ ਛੱਡ ਨਾ ਦੇਣਾ। ਉਹ ਬੜਾ ਸੋਹਣਾ ਉਦਾਹਰਣ ਦਿੰਦੇ ਨੇ। ਕਹਿੰਦੇ ਨੇ ਜੇ ਸਾਡੇ ਘਰ 3-4 ਦਿਨ ਲਈ ਬਿਜਲੀ ਨਾ ਆਵੇ, ਟੀਵੀ ਨਾ ਚੱਲੇ, ਪੱਖੇ ਲਾਈਟਾਂ ਨਾ ਚੱਲਣ, ਫ੍ਰਿਜ ਏਸੀ ਨਾ ਚੱਲਣ, ਤੇ ਕੀ ਅਸੀਂ ਮੀਟਰ ਤੋੜ ਸੁੱਟਦੇ ਹਾਂ? ਕੀ ਅਸੀਂ ਬਿਜਲੀ ਦੀ ਤਾਰਾਂ ਕੱਟ ਦਿੰਦੇ ਹਾਂ? ਨਹੀਂ। ਪਤਾ ਹੈ ਕਿਉਂ? ਕਿਉਂਕਿ ਸਾਨੂੰ ਉਮੀਦ ਹੁੰਦੀ ਹੈ ਉਹ ਬਿਜਲੀ ਵਿਭਾਗ ਤੇ ਕਿ ਉਹ ਕਦੀ ਨਾ ਕਦੀ ਤੇ ਬਿਜਲੀ ਭੇਜੇਗਾ ਹੀ, ਤੇ ਜੇ ਉਸਨੇ ਬਿਜਲੀ ਭੇਜੀ ਤੇ ਅੱਗੇ ਅਸੀਂ ਤਾਰਾਂ ਹੀ ਕੱਟੀਆਂ ਹੋਈਆਂ ਤੇ ਕਨੈਕਸ਼ਨ ਕਿਵੇਂ ਜੁੜਨਗੇ, ਲਾਈਟ ਕਿਵੇਂ ਆਏਗੀ। ਇਹੀ ਫਲਸਫਾ ਨਿਤਨੇਮ ਦਾ ਹੈ। ਜੇ ਅਸੀਂ ਨਿਤਨੇਮ ਕਰਨਾ ਹੀ ਛੱਡ ਦਿੱਤਾ, ਵਾਹਿਗੁਰੂ ਨੇ ਪਿੱਛੋਂ ਰਸ ਭੇਜਿਆ ਵੀ, ਕਿਉਂਕਿ ਰਸ ਤਾਂ ਵਾਹਿਗੁਰੂ ਦੇ ਹੱਥ ਹੀ ਹੈ। ਦਾਤੇ ਦਾਤ ਰਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਫਲ ਦੇਣਾ ਤੇ ਉਸਦੇ ਹੱਥ ਹੈ, ਪਰ ਕਰਮ ਕਰਨਾ ਸਾਡੇ ਹੱਥ ਹੈ ਤੇ ਅਸੀਂ ਨਿਤਨੇਮ ਨੂੰ ਕਦੀ ਛੱਡਣਾ ਨਹੀਂ। ਹਾਂ, ਨਿਤਨੇਮ ਕਿਸ ਤਰ੍ਹਾਂ ਦਾ ਵੀ ਕੀਤਾ ਲਾਭਦਾਇਕ ਹੋਵੇਗਾ, ਪਰ ਅਰਥਾਂ ਨਾਲ ਪੜਿਆ ਹੋਇਆ ਬੜਾ ਹੀ ਜ਼ਿਆਦਾ ਫਾਇਦਾ ਦੇਗਾ। ਜਿਵੇਂ ਇੱਕ ਛੁਰੀ ਬਿਨਾਂ ਧਾਰ ਤੋਂ ਤਾਂ ਸਬਜ਼ੀ ਕੱਟ ਹੀ ਦਿੰਦੀ ਹੈ, ਪਰ ਜੇ ਧਾਰ ਹੋਵੇ ਤਾਂ ਸਬਜ਼ੀਆਂ ਸੋਹਣੀਆਂ ਔਰ ਛੇਤੀ ਕੱਟੀਆਂ ਜਾਂਦੀਆਂ। ਇਸੇ ਤਰ੍ਹਾਂ ਬਿਨਾਂ ਅਰਥਾਂ ਦੇ ਬਾਣੀ ਪੜ੍ਹਨ ਨਾਲ ਲਾਭ ਤਾਂ ਹੋਵੇਗਾ, ਪਰ ਉਹ ਲਾਭ ਇੰਨਾ ਕੁ ਹੋਵੇਗਾ ਜਿੰਨੀ ਖੁੰਡੀ ਛੁਰੀ ਹੁੰਦੀ ਹੈ, ਭਾਵ ਉਹ ਛੁਰੀ ਜਿਸ ਦੀ ਧਾਰ ਨਹੀਂ ਹੈ। ਪਰ ਅਰਥਾਂ ਨਾਲ ਬਾਣੀ ਪੜ੍ਹਨ ਦਾ ਲਾਭ ਇਹ ਹੋਵੇਗਾ ਜਿਵੇਂ ਤਿੱਖੀ ਛੁਰੀ ਕਿਸੇ ਉੱਪਰ ਚੱਲਦੀ ਹੈ ਤੇ ਇੱਕਦਮ ਮੈਲ ਕੱਟੇਗੀ ਮਨ ਦੀ ਔਰ ਮਨ ਨੂੰ ਉਜਲਾ ਕਰ ਦੇਗੀ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਪਰ ਅਫਸੋਸ, ਅਸੀਂ ਉਦਮ ਕਰਨਾ ਹੀ ਨਹੀਂ ਚਾਹੁੰਦੇ ਤੇ ਆਪਣਾ ਸਾਰਾ ਕਸੂਰ ਹੋਰਾਂ ਤੇ ਥੋਪਦੇ ਹਾਂ। ਇੱਧਰ ਪਰਮੇਸ਼ਵਰ ਤੇ ਥੋਪਦੇ ਹਾਂ ਕਿ ਰਸ ਹੀ ਨਹੀਂ ਦਿੱਤਾ ਮੈਨੂੰ, ਫਲਾਣੇ ਨੂੰ ਬੜਾ ਸੁੱਖ ਦਿੱਤਾ ਹੈ, ਮੈਂ ਬਾਣੀ ਪੜ੍ਹਨੀ ਛੱਡਦਾ। ਔਰ ਕਮਾਲ ਦੀ ਗੱਲ ਤਾਂ ਇਹ ਹੈ, ਅਸੀਂ ਗੁਰਦੁਆਰੇ ਨਾ ਜਾਣ ਦੇ, ਬਾਣੀ ਨਾ ਪੜ੍ਹਨ ਦੇ, ਸਿਮਰਨ ਨਾ ਕਰਨ ਦੇ, ਅੰਮ੍ਰਿਤ ਵੇਲਾ ਨਾ ਜਾਗਣ ਦੇ, ਅੰਮ੍ਰਿਤ ਨਾ ਛਕਣ ਦੇ, ਰਹਿਤ ਬੈਤ ਨਾ ਰੱਖਣ ਦੇ ਤੇ ਹਜ਼ਾਰਾਂ ਹੀ ਬਹਾਨੇ ਲੱਭ ਲਾਂਗੇ, ਪਰ ਇੱਕ ਵੀ ਅਸੀਂ ਆਪਣੇ ਮਨ ਨੂੰ ਢਾਰਸ ਨਹੀਂ ਦਾਂਗੇ। ਇੱਕ ਵੀ ਇਹ ਬਹਾਨਾ ਨਹੀਂ ਰੱਖਾਂਗੇ ਕਿ ਅਸੀਂ ਅੰਮ੍ਰਿਤ ਵੇਲਾ ਕਿਉਂ ਉੱਠੀਏ, ਅੰਮ੍ਰਿਤ ਵੇਲਾ ਕਿਉਂ ਜ਼ਰੂਰੀ ਹੈ, ਅੰਮ੍ਰਿਤਪਾਨ ਕਿਉਂ ਜ਼ਰੂਰੀ ਹੈ। ਐਸੇ ਤੱਥ ਆਪਣੇ ਮਨ ਦੇ ਅੱਗੇ ਕਦੀ ਨਹੀਂ ਰੱਖਾਂਗੇ। ਕਿਉਂ? ਜੋ ਸਾਨੂੰ ਡਰ ਹੈ ਕਿ ਉਸ ਲਈ ਉਦਮ ਚਾਹੀਦਾ ਹੈ। ਇੱਕ ਕਿਸਾਨ ਦੀ ਗੱਲ ਸੁਣਾਉਂਦਾ। ਇੱਕ ਕਿਸਾਨ ਨੇ ਇੱਕ ਵਾਰ ਫਸਲ ਹੋਈ ਤਾਂ ਉਸਨੇ ਬਹੁਤ ਰੌਲਾ ਪਾਇਆ ਸਾਰੇ ਪਿੰਡ ਵਿੱਚ, ਪੰਚਾਇਤ ਇਕੱਠੀ ਕੀਤੀ ਕਿ ਮੇਰਾ ਬਹੁਤ ਨੁਕਸਾਨ ਹੋਇਆ ਹੈ, ਬਾਕੀਆਂ ਦਾ ਬਹੁਤ ਫਾਇਦਾ ਹੋਇਆ,
ਮੇਰਾ ਬਹੁਤ ਨੁਕਸਾਨ ਹੋਇਆ ਹੈ ਤੇ ਮੈਨੂੰ ਇਸ ਦਾ ਇਵਜ਼ਾਨਾ ਦਿੱਤਾ ਜਾਏ। ਸਰਪੰਚ ਨੇ ਪੁੱਛਿਆ, ਕਿਉਂ ਭਾਈ, ਤੇਰੀ ਫਸਲ ਇਸ ਵਾਰ ਅੱਛੀ ਨਹੀਂ ਨਿਕਲੀ? ਕਹਿੰਦਾ, ਬਿਲਕੁਲ ਮੇਰੀ ਫਸਲ ਵਿੱਚ ਇੱਕ ਦਾਣਾ ਵੀ ਨਾ ਨਿਕਲਿਆ। ਬੜੇ ਹੈਰਾਨ ਹੋਏ, ਸਾਰਿਆਂ ਦੀ ਤਾਂ ਬੜੀ ਚੰਗੀ ਫਸਲ ਹੋਈ ਹੈ। ਉਸ ਨੂੰ ਪੁੱਛਦੇ ਹਨ, ਤੂੰ ਕਿਹੜੀ ਜ਼ਮੀਨ ਤੇ ਗੋਡੀ ਕੀਤੀ ਸੀ? ਤੂੰ ਕਿਹੜੀ ਜ਼ਮੀਨ ਵਾਹੀ ਸੀ? ਕਿਹੜਾ ਬੀਜ ਪਾਇਆ ਸੀ? ਤੇ ਕਿਸ ਤਰ੍ਹਾਂ ਤੂੰ ਹਲ ਵਾਹਿਆ ਸੀ? ਕਿਸ ਤਰ੍ਹਾਂ ਜ਼ਮੀਨ ਨੂੰ ਪਾਣੀ ਪਾਇਆ ਤੇ ਕਿਸ ਤਰ੍ਹਾਂ ਆਪਣੀ ਜ਼ਮੀਨ ਦੀ ਦੇਖਭਾਲ ਕੀਤੀ? ਪਹਿਲੇ ਅਸੀਂ ਉਹ ਪੜਤਾਲ ਕਰ ਲਈਏ ਤੇ ਫਿਰ ਤੈਨੂੰ ਇਵਜ਼ਾਨਾ ਮਿਲੇਗਾ। ਕਿਸਾਨ ਨਿਮੂਜੜਾ ਜਿਹਾ ਹੋ ਕੇ ਕਹਿੰਦਾ ਹੈ, ਇਸ ਵਾਰ ਤਾਂ ਮੈਂ ਬੀਜ ਹੀ ਨਹੀਂ ਪਾਇਆ, ਜ਼ਮੀਨ ਹੀ ਤਿਆਰ ਨਹੀਂ ਕੀਤੀ। ਪਾਣੀ ਪਾਣਾ ਤਾਂ ਦੂਰ ਦੀ ਗੱਲ, ਜ਼ਮੀਨ ਨੂੰ ਦੇਖਭਾਲ ਤਾਂ ਮੈਂ ਕੀ ਕਰਨੀ ਸੀ, ਮੈਂ ਬੀਜ ਹੀ ਨਹੀਂ ਪਾਇਆ। ਸਰਪੰਚ ਪੁੱਛਦਾ, ਕਿਉਂ? ਕਹਿੰਦਾ, ਮੈਨੂੰ ਇਹ ਡਰ ਸੀ ਕੀ ਪਤਾ ਬਾਰਿਸ਼ ਹੋਵੇ ਜਾਂ ਨਾ ਹੋਵੇ। ਹੁਣ ਦੱਸੋ, ਇਸ ਵਿੱਚ ਕੀ ਕਿਸਾਨ ਇਵਜ਼ਾਨਾ ਲੈਣ ਦਾ ਹੱਕਦਾਰ ਹੈ? ਬਿਲਕੁਲ ਵੀ ਨਹੀਂ। ਕਿਉਂ? ਜੋ ਉਸਨੇ ਇਸ ਵਾਰ ਬੀਜ ਹੀ ਨਹੀਂ ਪਾਇਆ। ਜਦੋਂ ਬੀਜ ਹੀ ਨਹੀਂ ਪਾਇਆ ਤਾਂ ਉਹ ਕੀ ਉਮੀਦ ਰੱਖਦਾ ਹੈ ਕਿ ਫਸਲ ਹੋਵੇਗੀ? ਚਲੋ ਮੰਨ ਲੈਂਦੇ ਹਾਂ ਬਾਰਿਸ਼ ਨਹੀਂ ਹੋਈ, ਪਰ ਘੱਟੋ ਘੱਟ ਅਸੀਂ ਆਪਣੀ ਤਰਫੋਂ ਤਾਂ ਮਿਹਨਤ ਕੀਤੀ ਹੈ। ਗੀਤਾ ਵਿੱਚ ਵੀ ਲਿਖਿਆ ਹੈ, ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਕਰਮ ਕਰੀ ਜਾਓ, ਕਰਮ ਕਰਤੇ ਰਹੋ, ਪਰ ਫਲ ਕੀ ਚਿੰਤਾ ਮਤ ਕਰੋ। ਫਲ ਦੇਣਾ ਪਰਮਾਤਮਾ ਦੇ ਹੱਥ ਵਿੱਚ ਹੈ, ਅਸੀਂ ਤਾਂ ਸਿਰਫ ਕਰਮ ਹੀ ਕਰ ਸਕਦੇ ਹਾਂ। ਬਾਣੀ ਵਿੱਚ ਰਸ ਆਵੇ, ਸਿਮਰਨ ਵਿੱਚ ਰਸ ਆਵੇ, ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਡਾ ਧਿਆਨ ਟਿਕੇ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਸਾਡਾ ਧਿਆਨ ਹੀ ਨਹੀਂ ਟਿਕਦਾ। ਬਾਣੀ ਵਿੱਚ ਰਸ ਨਾ ਆਉਣ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਧਿਆਨ ਨਹੀਂ ਹੁੰਦਾ। ਤੇ ਆਮ ਹੀ ਸਵਾਲ ਹੈ ਕਿ ਧਿਆਨ ਕਿਵੇਂ ਟਿਕੇ? ਇੱਕ ਕੁੜੀ ਜਿਹੜੀ ਕਿ ਰੋਜ਼ ਮੰਦਿਰ ਜਾਂਦੀ ਸੀ, ਉਹ ਇੱਕ ਦਿਨ ਆ ਕੇ ਆਪਣੇ ਪਿਤਾ ਜੀ ਨੂੰ ਕਹਿੰਦੀ ਹੈ, ਮੈਂ ਕੱਲ ਤੋਂ ਮੰਦਿਰ ਨਹੀਂ ਜਾਵਾਂਗੀ। ਪਿਤਾ ਉਸ ਨੂੰ ਕਾਰਨ ਪੁੱਛਦਾ ਹੈ। ਜਵਾਬ ਵਿੱਚ ਕੁੜੀ ਕਹਿੰਦੀ ਹੈ, ਜਦੋਂ ਮੈਂ ਪੂਜਾ ਕਰ ਰਹੀ ਹੁੰਦੀ ਹਾਂ, ਮੈਨੂੰ ਦਿਖਦਾ ਹੈ ਕਿ ਕਿਸੇ ਵੀ ਇਨਸਾਨ ਨੂੰ ਮੰਦਿਰ ਦੀ ਇੱਜ਼ਤ ਹੀ ਨਹੀਂ ਹੈ। ਸਾਰੇ ਗੱਲਾਂ ਮਾਰ ਰਹੇ ਹਨ, ਕੋਈ ਆਪਣੀ ਗੱਲਾਂ ਵਿੱਚ ਵਿਅਸਤ ਹੈ, ਕੋਈ ਕਿਸੇ ਹੋਰ ਕੰਮ ਵਿੱਚ ਵਿਅਸਤ ਹੈ, ਬੱਚੇ ਖੇਡਣ ਵਿੱਚ ਵਿਅਸਤ ਨੇ, ਔਰਤਾਂ ਗੱਲਾਂ ਕਰਨ ਵਿੱਚ ਵਿਅਸਤ ਨੇ ਤੇ ਆਦਮੀ ਲੋਕ ਆਪਣੇ ਵਪਾਰ ਦੀਆਂ ਗੁੰਝਲਾਂ ਵਿੱਚ ਉੱਧਰ ਫਸੇ ਹਨ। ਕੋਈ ਵੀ ਆ ਕੇ ਪਰਮਾਤਮਾ ਦੀ ਭਗਤੀ ਤਾਂ ਕਰ ਹੀ ਨਹੀਂ ਰਿਹਾ ਤੇ ਮੈਂ ਇਸ ਤਰ੍ਹਾਂ ਦੇ ਮੰਦਿਰ ਨਹੀਂ ਜਾਣਾ ਚਾਹੁੰਦੀ ਜਿੱਧਰ ਪਰਮਾਤਮਾ ਨੂੰ ਨਹੀਂ ਪੂਜਿਆ ਜਾ ਰਿਹਾ। ਪਿਤਾ ਸਮਝਾਉਂਦਾ ਹੈ ਕਿ ਬੇਟਾ, ਮੰਦਿਰ ਤਾਂ ਜਾਣਾ ਚਾਹੀਦਾ ਹੈ, ਲੋਕ ਜੋ ਮਰਜ਼ੀ ਕਰਨ, ਤੇਰਾ ਤਾਂ ਧਿਆਨ ਹੋਵੇ। ਉਹ ਸਾਫ਼ ਮੁਨਕਰ ਹੋ ਜਾਂਦੀ ਹੈ ਕਿ ਮੈਂ ਬਿਲਕੁਲ ਨਹੀਂ ਜਾਵਾਂਗੀ। ਪਿਤਾ ਉਸ ਨੂੰ ਇੱਕ ਤੇਲ ਦਾ ਕਟੋਰਾ ਭਰ ਕੇ ਦਿੰਦਾ ਹੈ। ਕਹਿੰਦਾ, ਜੇ ਤੂੰ 3 ਪਰਿਕਰਮਾ ਮੰਦਿਰ ਦੀ ਇਸ ਕਟੋਰੇ ਨੂੰ ਹੱਥ ਵਿੱਚ ਪਕੜ ਕੇ ਕਰ ਲਵੇਂ, ਬਿਨਾਂ ਤੇਲ ਦੀ ਇੱਕ ਬੂੰਦ ਵੀ ਥੱਲੇ ਗਿਰਾਏ, ਤੇ ਮੈਂ ਤੈਨੂੰ ਅੱਗੇ ਤੋਂ ਕਦੀ ਨਹੀਂ ਕਵਾਂਗਾ ਕਿ ਤੂੰ ਮੰਦਿਰ ਜਾ। ਹੁਣ ਜਿਵੇਂ ਅਸੀਂ ਪਹਿਲੇ ਡਿਸਕਸ ਕੀਤਾ ਹੈ ਕਿ ਅਸੀਂ ਗੁਰਦੁਆਰੇ ਨਾ ਜਾਣ ਦੇ ਤੇ 100 ਬਹਾਨੇ ਲੱਭ ਲਾਂਗੇ, ਪਰ ਇੱਕ ਵੀ ਐਸੀ ਕੋਈ ਦਲੀਲ ਆਪਣੇ ਮਨ ਨੂੰ ਨਹੀਂ ਦੇਵਾਂਗੇ ਕਿ ਅੰਮ੍ਰਿਤ ਵੇਲਾ ਜਾਗ ਔਰ ਗੁਰਦੁਆਰੇ ਜਾ। ਸੋ ਕੁੜੀ ਵੀ ਮੰਨ ਜਾਂਦੀ ਹੈ ਕਿ ਮੈਂ ਤੇਲ ਦਾ ਕਟੋਰਾ ਲੈ ਕੇ ਜ਼ਰੂਰ 3 ਪਰਿਕਰਮਾ ਕਰ ਲਾਂਗੀ, ਪਰ ਮੈਂ ਮੰਦਿਰ ਨਹੀਂ ਜਾਵਾਂਗੀ। ਖੈਰ, ਅਗਲਾ ਦਿਨ ਚੜ੍ਹਦਾ ਹੈ। ਪਿਓ ਤੇਲ ਦਾ ਕਟੋਰਾ ਬਿਲਕੁਲ ਉੱਪਰ ਤੱਕ ਭਰ ਕੇ ਕੁੜੀ ਨੂੰ ਦਿੰਦਾ ਹੈ। ਉਹ ਮੰਦਿਰ ਦੀ ਪਰਿਕਰਮਾ ਕਰਨੀ ਸ਼ੁਰੂ ਕਰਦੀ ਹੈ। ਬਹੁਤ ਸਾਵਧਾਨ ਹੁੰਦੀ ਹੈ, ਇਤਨੀ ਸਾਵਧਾਨ ਕਿ ਤੇਲ ਦੀ ਇੱਕ ਬੂੰਦ ਵੀ ਨਾ ਗਿਰੇ। ਕਿਉਂ? ਜੇ ਗਿਰ ਗਈ ਤਾਂ ਉਸ ਨੂੰ ਮੰਦਿਰ ਜਾਣਾ ਪਏਗਾ। ਦੇਖੋ ਇਨਸਾਨ ਕਿਤਨਾ ਭੋਲਾ ਹੈ ਕਿ ਗੁਰਦੁਆਰੇ ਮੰਦਿਰ ਨਾ ਜਾਣ ਦੇ ਵੀ 100 ਬਹਾਨੇ ਲੱਭ ਸਕਦਾ ਹੈ। ਤੇ ਠੀਕ ਇਸੇ ਤਰ੍ਹਾਂ ਕੁੜੀ ਨੇ ਵੀ ਕੀਤਾ। ਉਸਨੇ ਬੜੀ ਇਕਾਗਰਤਾ ਨਾਲ, ਬੜੀ ਸਾਵਧਾਨੀ ਨਾਲ ਚੱਕਰ ਲਗਾਣੇ ਸ਼ੁਰੂ ਕੀਤੇ। 3 ਚੱਕਰ ਪੂਰੇ ਕੀਤੇ, 3 ਪਰਿਕਰਮਾਵਾਂ ਪੂਰੀਆਂ ਹੋਈਆਂ। ਔਰ ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਤੇਲ ਦੀ ਇੱਕ ਬੂੰਦ ਵੀ ਨਹੀਂ ਸੀ ਗਿਰੀ। ਪਿਓ ਕੋਲ ਆਂਦੀ ਹੈ ਬੜੀ ਖੁਸ਼-ਖੁਸ਼, ਕੱਲ ਤੋਂ ਮੈਂ ਮੰਦਿਰ ਨਹੀਂ ਜਾਵਾਂਗੀ, ਤੁਹਾਡੀ ਇੱਛਾ ਮੈਂ ਪੂਰੀ ਕੀਤੀ ਹੈ। ਤੇਲ ਦੀ ਇੱਕ ਬੂੰਦ ਵੀ ਨਹੀਂ ਗਿਰੀ। ਪਿਓ ਖਿੜਖਿੜਾ ਕੇ ਬੱਚੀ ਦੇ ਸਿਰ ਤੇ ਹੱਥ ਰੱਖਦਾ ਹੈ ਤੇ ਕਹਿੰਦਾ, ਬੇਟਾ ਇੱਕ ਸਵਾਲ ਪੁੱਛਾਂ, ਜਵਾਬ ਦੇਂਗੀ? ਕਹਿੰਦੀ ਹੈ, ਪੁੱਛੋ ਪਿਤਾ ਜੀ। ਪਿਤਾ ਜੀ ਕਹਿੰਦੇ ਹਨ, ਜਦੋਂ ਤੂੰ 3 ਪਰਿਕਰਮਾਵਾਂ ਕੀਤੀਆਂ, ਸੱਚ-ਸੱਚ ਦੱਸੀ, ਤੈਨੂੰ ਕਿਤਨੇ ਬੱਚੇ ਖੇਲਦੇ ਹੋਏ ਦਿਖੇ, ਤੈਨੂੰ ਕਿਤਨੀਆਂ ਔਰਤਾਂ ਗੱਲਾਂ ਕਰਦੀਆਂ ਤੇ ਕਿਤਨੇ ਆਦਮੀ ਆਪਣੇ ਵਪਾਰ ਦੀ ਗੁੰਝਲਾਂ 'ਚ ਦਿਖੇ? ਕੁੜੀ ਦਾ ਹੈਰਾਨੀ ਵਿੱਚ ਇਹ ਜਵਾਬ ਨਿਕਲਿਆ ਕਿ ਪਿਤਾ ਜੀ, ਮੇਰਾ ਤਾਂ ਸਾਰਾ ਧਿਆਨ ਤੇਲ ਵੱਲ ਸੀ ਤੇ ਮੈਂ ਤੇ ਦੇਖਿਆ ਹੀ ਨਹੀਂ ਕੌਣ-ਕੌਣ ਬੱਚਾ ਦੌੜ ਰਿਹਾ ਹੈ, ਕਿਹੜੀ-ਕਿਹੜੀ ਔਰਤਾਂ ਗੱਲਾਂ ਕਰ ਰਹੀਆਂ, ਜਾਂ ਕਿਹੜੇ-ਕਿਹੜੇ ਆਦਮੀ ਜਾਂ ਹੋਰ ਲੋਕ ਕਿਹਨਾਂ ਚੀਜ਼ਾਂ ਵਿੱਚ ਵਿਅਸਤ ਸੀ। ਮੇਰਾ ਤਾਂ ਸਾਰਾ ਧਿਆਨ ਤੇਲ ਵੱਲ ਹੀ ਸੀ ਕਿ ਇੱਕ ਬੂੰਦ ਵੀ ਨਾ ਗਿਰੇ।
ਪਿਤਾ ਜੀ ਮੁਸਕਰਾ ਕੇ ਕਹਿੰਦੇ ਹਨ, ਮੈਨੂੰ ਜਾਪਦਾ ਹੈ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਗਿਆ। ਜੇ ਤੇਰਾ ਧਿਆਨ ਇਤਨਾ ਹੀ ਪੂਜਾ ਵੱਲ ਹੁੰਦਾ, ਪਰਮਾਤਮਾ ਵੱਲ ਹੁੰਦਾ, ਤੇ ਸ਼ਾਇਦ ਤੈਨੂੰ ਕਦੀ ਨਾ ਦਿਖਦਾ ਕਿ ਕਿਹੜੀ ਔਰਤਾਂ ਗੱਲਾਂ ਕਰ ਰਹੀਆਂ, ਕੌਣ ਕਿਸ ਕੰਮ ਵਿੱਚ ਵਿਅਸਤ ਹੈ। ਤੂੰ ਤਾਂ ਪਰਮਾਤਮਾ ਦੀ ਆਰਾਧਨਾ ਵਿੱਚ ਹੀ ਵਿਅਸਤ ਹੁੰਦੀ। ਸੋ ਅਸੀਂ ਵੀ ਕੋਸ਼ਿਸ਼ ਕਰੀਏ, ਦੂਸਰਿਆਂ ਨੂੰ ਨਾ ਸੁਧਾਰੀਏ, ਕੋਸ਼ਿਸ਼ ਕਰੀਏ ਗੁਰਦੁਆਰੇ ਜਾ ਕੇ ਆਪਣਾ ਧਿਆਨ ਇਕਾਗਰ ਕਰੀਏ, ਸਾਰਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਵੱਲ ਰੱਖੀਏ, ਬਾਣੀ, ਕੀਰਤਨ ਤੇ ਕਥਾ ਹੋ ਰਹੇ ਢਾਡੀ ਪ੍ਰਸੰਗ ਵੱਲ ਰੱਖੀਏ, ਤਾਂ ਜੋ ਅਸੀਂ ਵੀ ਬਾਣੀ ਤੋਂ ਕੁਝ ਲਾਹਾ ਲੈ ਸਕੀਏ। ਤੇ ਜੇ ਅਸੀਂ ਅਰਥਾਂ ਨਾਲ ਬਾਣੀ ਪੜਾਂਗੇ ਉਹ ਜ਼ਿਆਦਾ ਲਾਭਦਾਇਕ ਹੋਏਗੀ। ਉਹ ਕਿਵੇਂ, ਆਓ ਜਾਣਦੇ ਹਾਂ। ਕਬੂਤਰਾਂ ਦਾ ਇੱਕ ਝੁੰਡ ਇੱਕ ਪੇੜ ਉੱਪਰ ਰਹਿੰਦਾ ਸੀ। ਇੱਕ ਸ਼ਿਕਾਰੀ ਰੋਜ਼ ਸ਼ਾਮੀ ਆਉਂਦਾ ਸੀ, ਦਾਣੇ ਪਾਉਂਦਾ ਸੀ। ਸਾਰੇ ਕਬੂਤਰ ਦਾਣੇ ਨੂੰ ਟੁੱਟ ਪੈਂਦੇ ਸੀ। ਸ਼ਿਕਾਰੀ ਜਾਲ ਵਿੱਚ ਫਸਾ ਕੇ ਸਾਰਿਆਂ ਨੂੰ ਲੈ ਜਾਂਦਾ ਸੀ। ਜਿਹੜੇ ਬਚ ਜਾਂਦੇ ਸੀ ਦੂਸਰਿਆਂ ਦੇ ਗਿਆਂ ਦਾ ਬੜਾ ਅਫਸੋਸ ਕਰਦੇ ਸੀ। ਸਾਰਿਆਂ ਨੇ ਇੱਕ ਵਾਰ ਵਿਉਂਤ ਬਣਾਈ ਤੇ ਆਪਣੇ ਬਜ਼ੁਰਗ ਸਿਆਣੇ ਕਬੂਤਰ ਕੋਲ ਪਹੁੰਚੇ ਤੇ ਉਹਨਾਂ ਨੂੰ ਪੁੱਛਿਆ ਕਿ ਦੱਸੋਗੇ ਕਿ ਅਸੀਂ ਰੋਜ਼ ਜਾਲ ਵਿੱਚ ਕਿਉਂ ਫਸ ਜਾਂਦੇ ਹਾਂ, ਤੇ ਸਾਨੂੰ ਕੋਈ ਇਸ ਤਰ੍ਹਾਂ ਦਾ ਤਰੀਕਾ ਦੱਸੋ ਕਿ ਅਸੀਂ ਕੱਲ ਤੋਂ ਸ਼ਿਕਾਰੀ ਦੇ ਜਾਲ ਵਿੱਚ ਨਾ ਫਸੀਏ। ਬਜ਼ੁਰਗ ਕਬੂਤਰ ਬਹੁਤ ਸਿਆਣੇ ਸਨ। ਉਹਨਾਂ ਨੇ ਕਿਹਾ, ਮੈਂ ਤੁਹਾਨੂੰ ਇੱਕ ਮੰਤਰ ਦਿੰਦਾ, ਉਸ ਮੰਤਰ ਨੂੰ ਜੇ ਤੁਸੀਂ ਜਪੋਗੇ ਤੇ ਤੁਸੀਂ ਕਦੀ ਵੀ ਉਸ ਦੇ ਜਾਲ ਵਿੱਚ ਨਹੀਂ ਫਸੋਗੇ। ਹੁਣ ਦੇਖ, ਬਜ਼ੁਰਗ ਮੰਤਰ ਦਿੰਦਾ ਹੈ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਅਸੀਂ ਦਾਣਾ ਚੁਗਣਾ ਨਹੀਂ ਤੇ ਜਾਲ ਵਿੱਚ ਫਸਣਾ ਨਹੀਂ। ਸਾਰੇ ਕਬੂਤਰ ਇਹੋ ਮੰਤਰ ਪਿੱਛੇ ਬੋਲਦੇ ਆ, ਸ਼ਾਮ ਤੱਕ ਬੋਲਦੇ ਰਹਿੰਦੇ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਅਸੀਂ ਦਾਣਾ ਚੁਗਣਾ ਨਹੀਂ ਤੇ ਜਾਲ ਵਿੱਚ ਫਸਣਾ ਨਹੀਂ। ਸ਼ਾਮੀ ਸ਼ਿਕਾਰੀ ਆਉਂਦਾ ਹੈ, ਦਾਣਾ ਵੀ ਪਾਉਂਦਾ ਹੈ। ਸਾਰੇ ਕਬੂਤਰ ਦੇਖਦੇ ਨੇ ਉਸਨੇ ਦਾਣਾ ਪਾਇਆ। ਸਾਰੇ ਮੰਤਰ ਪੜਨਾ ਸ਼ੁਰੂ ਹੋ ਜਾਂਦੇ ਨੇ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਅਸੀਂ ਦਾਣਾ ਚੁਗਣਾ ਨਹੀਂ ਤੇ ਜਾਲ ਵਿੱਚ ਫਸਣਾ ਨਹੀਂ। ਮੰਤਰ ਪੜਦੇ ਪੜਦੇ ਸਾਰੇ ਫਿਰ ਦਾਣੇ ਨੂੰ ਟੁੱਟ ਪੈਂਦੇ ਆ, ਦਾਣੇ ਖਾਂਦੇ ਆ। ਸ਼ਿਕਾਰੀ ਫਿਰ ਸਾਰਿਆਂ ਨੂੰ ਭਰ ਕੇ ਲੈ ਜਾਂਦਾ ਹੈ। ਇੱਕ ਕਬੂਤਰ ਬਚ ਜਾਂਦਾ ਹੈ। ਉਹ ਬਜ਼ੁਰਗਾਂ ਕੋਲ ਜਾਂਦਾ ਹੈ ਤੇ ਕਹਿੰਦਾ, ਤੁਹਾਡੇ ਮੰਤਰ ਵਿੱਚ ਤਾਂ ਕੋਈ ਸ਼ਕਤੀ ਨਹੀਂ ਸੀ। ਬਜ਼ੁਰਗ ਕਹਿੰਦੇ ਨੇ, ਕਿਉਂ, ਮੇਰੇ ਤੋਂ ਐਸੀ ਕਿਹੜੀ ਗਲਤੀ ਹੋਈ? ਤੇ ਉਹ ਕਹਿੰਦਾ, ਤੁਹਾਡਾ ਮੰਤਰ ਤੇ ਬਿਲਕੁਲ ਬਕਵਾਸ ਨਿਕਲਿਆ। ਅਸੀਂ ਸਾਰਾ ਦਿਨ ਮੰਤਰ ਪੜ੍ਹਦੇ ਰਹੇ ਤਾਂ ਵੀ ਸ਼ਿਕਾਰੀ ਸਾਨੂੰ ਲੈ ਗਿਆ। ਬਜ਼ੁਰਗ ਕਬੂਤਰ ਹੈਰਾਨ ਹੋ ਕੇ ਕਹਿੰਦਾ ਹੈ, ਇਸ ਤਰ੍ਹਾਂ ਤੇ ਹੋ ਹੀ ਨਹੀਂ ਸਕਦਾ। ਮੰਤਰ ਤੇ ਬਿਲਕੁਲ ਪਰਫੈਕਟ ਸੀ, ਤੇ ਜੇ ਤੁਸੀਂ ਮੰਤਰ ਸਮਝਿਆ ਹੁੰਦਾ ਤੇ ਤੁਸੀਂ ਨਹੀਂ ਸੀ ਫਸਣਾ। ਦੱਸ ਮੈਨੂੰ ਅੱਜ ਹੋਇਆ ਕੀ? ਉਸ ਕਬੂਤਰ ਨੇ ਦੱਸਿਆ, ਸੀ ਮੰਤਰ ਪੜ੍ਹ ਰਹੇ ਸੀ, ਸ਼ਿਕਾਰੀ ਨੇ ਦਾਣਾ ਪਾਇਆ ਤੇ ਅਸੀਂ ਸਾਰਿਆਂ ਨੇ ਦਾਣਾ ਵੀ ਖਾਧਾ। ਬਜ਼ੁਰਗ ਹੱਸ ਪਿਆ ਤੇ ਕਹਿੰਦਾ, ਕਾਸ਼ ਤੁਸੀਂ ਮੰਤਰ ਸਿਰਫ ਰਟਨ ਨਾ ਕੀਤਾ ਹੁੰਦਾ, ਮੰਤਰ ਦੇ ਅਰਥ ਵੀ ਸਮਝ ਲਏ ਹੁੰਦੇ। ਸਿੱਖੀ ਸਿੱਖਿਆ ਗੁਰ ਵਿਚਾਰ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਮੰਤਰ ਵਿੱਚ ਸੀ ਕਿ ਸ਼ਿਕਾਰੀ ਆਏਗਾ, ਦਾਣਾ ਪਾਏਗਾ, ਅਸੀਂ ਦਾਣਾ ਚੁਗਣਾ ਨਹੀਂ ਤਾਂ ਅਸੀਂ ਜਾਲ ਵਿੱਚ ਨਹੀਂ ਫਸਾਂਗੇ। ਪਰ ਤੁਸੀਂ ਤਾਂ ਦਾਣਾ ਚੁਗਿਆ ਤੇ ਜਾਲ ਵਿੱਚ ਤਾਂ ਫਸੋਗੇ ਹੀ। ਤੇ ਅਸੀਂ ਕਿਵੇਂ ਸੋਚ ਲਈਏ ਬਾਣੀ ਸਾਨੂੰ ਸੁੱਖ ਦੇਗੀ, ਜਦੋਂ ਬਾਣੀ ਸਾਨੂੰ ਕਹਿ ਰਹੀ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੇ ਅਸੀਂ ਫਲਾਣੇ ਦਾ ਬੁਰਾ ਵੀ ਮੰਗੀ ਜਾਈਏ, ਪਰਮਾਤਮਾ ਉਸਦਾ ਤੇ ਕਾਰੋਬਾਰ ਠੱਪ ਹੋ ਜਾਏ, ਉਸਦਾ ਬੇੜਾ ਹੀ ਬਹਿ ਜਾਏ, ਉਸਦਾ ਬੇੜਾ ਗਰਕ ਹੋ ਜਾਏ, ਉਸਦੇ ਤਹਿਸ ਨਹਿਸ ਹੋ ਜਾਏ, ਪਰਿਵਾਰ ਵਿੱਚ ਕਲੇਸ਼ ਹੋ ਜਾਏ, ਉਸਨੂੰ ਦੁੱਖ ਹੋਣ, ਤੇ ਫਿਰ ਸਾਨੂੰ ਸੁੱਖ ਕਿਵੇਂ ਆ ਸਕਦੇ ਨੇ? ਜਦ ਬਾਣੀ ਕਹੇਗੀ ਪਰ ਕਾ ਬੁਰਾ ਨਾ ਰਾਖੋ ਚੀਤ, ਉਦੋਂ ਤੈਨੂੰ ਦੁੱਖ ਨਹੀਂ ਹੋਏਗਾ, ਤੁਮਕੋ ਦੁੱਖ ਨਹੀਂ ਭਾਈ ਮੀਤ। ਬਾਣੀ ਦੇ ਅਰਥ ਸਮਝਣ ਦਾ ਇਹੀ ਲਾਭ ਹੈ। ਜੇ ਤਾਂ ਅਸੀਂ ਸਮਝ ਲਿਆ ਬਾਣੀ ਸਾਨੂੰ ਕੀ ਕਹਿ ਰਹੀ ਹੈ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਕਿ ਪਾਣੀ ਔਰ ਤੀਰਥਾਂ ਦੇ ਨਹਾਉਣ ਨਾਲ ਕੇਵਲ ਮੈਲ ਨਹੀਂ ਉਤਰੇਗੀ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰਿਆ ਗੁਮਾਨ, ਨਾਨਕ ਨੇਫਲ ਜਾਤੇ ਜਿਉ ਕੁੰਚਰ ਇਸਨਾਨ। ਬਾਣੀ ਦੇ ਅਰਥ ਜਾਣਨ ਦਾ ਇਹ ਲਾਭ ਹੈ ਕਿ ਸਾਨੂੰ ਸਮਝ ਆ ਜਾਏਗੀ ਬਾਣੀ ਸਾਨੂੰ ਕਹਿ ਕੀ ਰਹੀ ਹੈ। ਤੇ ਜਦੋਂ ਅਸੀਂ ਬਾਣੀ ਨਾਲ ਗੱਲਾਂ ਬਾਤਾਂ ਕਰਨੀ ਸ਼ੁਰੂ ਕਰ ਦਾਂਗੇ ਤੇ ਫਿਰ ਦੁੱਖ ਸਾਡੇ ਨੇੜੇ ਵੀ ਨਹੀਂ ਲੱਗ ਸਕਦਾ, ਕਿਉਂਕਿ ਬਾਣੀ ਤਾਂ ਸੁੱਖਾਂ ਦਾ ਸਾਗਰ ਹੈ, ਅਥਾਹ ਸਮੁੰਦਰ ਹੈ, ਜਿਹੜੀ ਸਿਰਫ ਆਨੰਦ ਹੋਰ ਆਨੰਦ ਹੀ ਵੰਡਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸੋ ਆਓ ਕੋਸ਼ਿਸ਼ ਕਰੀਏ, ਬਾਣੀ ਦੀ ਵਿਚਾਰ ਕਰੀਏ। ਸਹਿਜ ਪਾਠ ਕਰਨਾ ਬਹੁਤ ਜ਼ਰੂਰੀ ਹੈ।
ਪਰ ਗੁਰੂ ਸਾਹਿਬ ਨੇ ਕਦੀ ਅੰਗ ਮਿੱਥ ਕੇ ਨਹੀਂ ਕਹੇ ਕਿ ਰੋਜ਼ ਦੇ 100 ਅੰਗ ਕਰਨੇ ਆ ਜਾਂ 50 ਹੀ ਕਰਨੇ ਆ। ਤੁਸੀਂ ਇੱਕ ਅੰਗ ਕਰੋ, ਅਸੀਂ ਇੱਕ ਅੰਗ ਕਰੀਏ, ਅੱਧਾ ਅੰਗ ਹੀ ਕਰੀਏ, ਇੱਕ ਸ਼ਬਦ ਹੀ ਪੜ੍ਹੀਏ, ਪਰ ਵਿਚਾਰ ਕੇ ਪੜ੍ਹੀਏ, ਤਾਂ ਜੋ ਸਾਨੂੰ ਬਾਣੀ ਦੀ ਸਮਝ ਲੱਗ ਸਕੇ ਬਾਣੀ ਕਹਿ ਕੀ ਰਹੀ ਹੈ। ਇਸ ਨਾਲ ਪਤਾ ਹੈ 2 ਫਾਇਦੇ ਹੋਣਗੇ। ਇੱਕ ਤਾਂ ਸਾਡਾ ਅਧਿਆਤਮਿਕ ਵਾਧਾ ਹੋਏਗਾ, ਅਸੀਂ ਵਾਹਿਗੁਰੂ ਦੇ ਪਿਆਰੇ ਬਣ ਸਕਾਂਗੇ, ਸਾਨੂੰ ਜੀਵਨ ਜੀਉਣ ਦੀ ਸੋਝੀ ਆ ਜਾਏਗੀ। ਔਰ ਦੂਸਰਾ, ਇਹ ਜਿਹੜਾ ਡੇਰਾਵਾਦ ਔਰ ਬਾਬਾਵਾਦ ਹੈ ਇਹ ਖਤਮ ਹੋ ਜਾਏਗਾ, ਜਿਹੜੇ ਬਾਣੀ ਦੇ ਗਲਤ ਅਰਥ ਕਰਕੇ ਸਾਡੇ ਵਰਗੇ ਭੋਲੇ ਭਾਲਿਆਂ ਨੂੰ ਵਰਗਲਾ ਰਹੇ ਹਨ। ਸੋ ਆਓ ਕੋਸ਼ਿਸ਼ ਕਰੀਏ, ਸਹਿਜ ਪਾਠ ਨਾਲ ਬਾਣੀ ਦੀ ਵਿਚਾਰ ਸ਼ੁਰੂ ਕਰੀਏ, ਤਾਂ ਜੋ ਅਸੀਂ ਕਬੂਤਰਾਂ ਦੀ ਤਰ੍ਹਾਂ ਕੇਵਲ ਮੰਤਰ ਰਟਣ ਤੇ ਹੀ ਨਾ ਰਹਿ ਜਾਈਏ, ਤੇ ਜਦੋਂ ਸ਼ਿਕਾਰੀ ਆਏ ਅਸੀਂ ਦਾਣਾ ਨਾ ਚੁਗੀਏ, ਤਾਂ ਜੋ ਅਸੀਂ ਜਾਲ ਵਿੱਚ ਨਾ ਫਸ ਸਕੀਏ। ਸੋ ਇਸੇ ਨਾਲ ਮੈਂ ਉਮੀਦ ਕਰਦਾ ਕਿ ਅਸੀਂ ਬਾਣੀ ਦੀ ਵਿਚਾਰ ਵਾਹਿਗੁਰੂ ਦੀ ਕਿਰਪਾ ਨਾਲ ਕਰਾਂਗੇ, ਉਦਮੀ ਹੋਵਾਂਗੇ, ਆਲਸ ਨਹੀਂ ਕਰਾਂਗੇ ਅਤੇ ਆਪਣਾ ਜੀਵਨ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਤੁਹਾਡੇ ਵਿੱਚ ਲੈ ਕੇ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਇਸ ਵੀਡੀਓ ਨੂੰ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਇਹ ਮੈਸੇਜ ਹੋਰਾਂ ਤੱਕ ਵੀ ਪਹੁੰਚ ਸਕੇ। ਸਾਡੇ ਚੈਨਲ ਦੀ ਹੋਰ ਵੀਡੀਓਜ਼ ਦੇਖਣ ਲਈ ਇਸੇ ਦੀ ਡਿਸਕ੍ਰਿਪਸ਼ਨ ਤੇ, ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਤੁਹਾਨੂੰ ਲਿੰਕਸ ਮਿਲ ਜਾਣਗੇ। ਹੋਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਉਹਨਾਂ ਲਿੰਕਸ ਤੇ ਜਾ ਕੇ ਤੁਸੀਂ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ। ਅੱਜ ਸਾਰੇ ਵਿਊਅਰਸ ਦਾ ਇੱਥੇ ਹੀ ਬਹੁਤ-ਬਹੁਤ ਧੰਨਵਾਦ। ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ। ਫਿਰ ਮਿਲਾਂਗੇ ਤੁਹਾਡੇ ਆਪਣੇ ਹੀ ਚੈਨਲ ਜੀ ਫॉर ਗ੍ਰੈਟੀਟਿਊਡ ਤੇ। ਤਾਂ ਤੱਕ ਦੇ ਲਈ ਸਾਰੇ ਵਿਊਅਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।